myself, I was telling कि मेरे को उस तो इलावा women and child affairs as nodal भी मैं work कर रही हूँ. So आज का साडा main topic है on two things. एक ਤਾਂ crime against women and children ਤੇ ਉਸ ਤੋਂ ਇਲਾਵਾ ਅਸੀਂ ਸਾਈਬਰ ਕ੍ਰਾਈਮ ਦੇ ਰਿਗਾਰਡਿੰਗ ਵੀ ਗੱਲ ਕਰਾਂਗੇ. ਸਭ ਤੋਂ ਪਹਿਲਾਂ ਤਾਂ ਮੈਂ ਇਹ ਐਕਸਪਲੇਨ ਕਰਨਾ ਚਾਹਾਂਗੀ ਕਿ ਕ੍ਰਾਈਮ ਅਗੇਂਸਟ ਵੂਮਨ ਕਿਹੜੇ ਹੁੰਦੇ ਆ. ਮੋਸਟਲੀ ਹੁਣ ਤੁਸੀਂ ਸਾਰੇ ਕਾਲਜ ਸਟੂਡੈਂਟਸ ਹੋ ਤੇ ਇਸ ਲੈਵਲ ਤੇ ਤਾਂ ਆਈ ਐਮ ਐਕਸਪੈਕਟਿੰਗ ਕਿ ਕਾਫੀ ਸਾਰੇ ਕ੍ਰਾਈਮਸ ਇਹੋ ਜਿਹੇ ਹੁੰਦੇ ਆ ਜਿਹੜੇ ਸਾਨੂੰ ਪਤਾ ਹੁੰਦੇ ਆ. ਬਟ ਇੱਥੇ ਅਵੇਅਰਨੈਸ ਜਾਂ ਸੈਮੀਨਾਰ ਲਗਾਉਣ ਦਾ ਕੀ ਮਕਸਦ ਹੈ? ਬਿਕੋਜ਼ ਕੁੜੀਆਂ ਨੂੰ ਜਾਂ ਵੂਮਨ ਨੂੰ ਇੱਦਾਂ ਰੇਜ਼ ਕੀਤਾ ਜਾਂਦਾ ਹੈ ਕਿ ਵੀ ਯੂਜਲੀ ਕੀਪ ਕੁਆਇਟ. ਅਸੀਂ ਆਪਣੇ ਤੇ ਵੀ ਹੁੰਦੇ ਅਗਰ ਕ੍ਰਾਈਮ ਦੇਖੀਏ ਤਾਂ ਵੀ ਅਸੀਂ ਚੁੱਪ ਰਹਿੰਦੇ ਹਾਂ, ਅਸੀਂ ਕਿਸੇ ਤੇ ਹੁੰਦੇ ਹੋਏ ਕ੍ਰਾਈਮ ਦੇਖੀਏ ਤਾਂ ਵੀ ਅਸੀਂ ਚੁੱਪ ਰਹਿੰਦੇ ਹਾਂ. ਤੇ ਸਾਨੂੰ ਆਦਤ ਹੁੰਦੀ ਹੈ ਕੁੜੀਆਂ ਦੀ ਗਲਤੀ ਕੱਢਣਾ ਕਿ ਅਗਰ ਕੋਈ ਕ੍ਰਾਈਮ ਹੋਇਆ ਇਹ ਸਾਡਾ ਮਾਈਂਡਸੈਟ ਇਹਨੂੰ ਕਹਿੰਦੇ ਪ੍ਰਾਈਮਿੰਗ. ਸਾਡਾ ਮਾਈਂਡਸੈਟ ਇਹੋ ਜਿਹਾ ਬਣਾਇਆ ਜਾਂਦਾ ਹੈ ਕਿ ਨਹੀਂ ਲੜਕੀ ਦੀ ਗਲਤੀ ਹੋਈ. ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਜ਼ਿਆਦਾ ਅੰਡਰ ਰਿਪੋਰਟਡ ਕ੍ਰਾਈਮ ਹੈ ਉਹ ਹੈ ਕੁੜੀਆਂ ਦੇ ਨਾਲ ਛੇੜਛਾੜ. ਬਹੁਤ ਸਾਰਿਆਂ ਨੇ ਤੁਸੀਂ ਨੇ ਐਕਸਪੀਰੀਅੰਸ ਕੀਤੀ ਹੋਏਗੀ, ਬਹੁਤ ਸਾਰਿਆਂ ਨੇ ਸ਼ਾਇਦ ਕਿਸੇ ਹੋਰ ਦੇ ਨਾਲ ਹੁੰਦਾ ਹੋਇਆ ਦੇਖਿਆ ਹੋਇਆ. ਅਗਰ ਕਿਸੇ ਦੇ ਨਾਲ ਨਹੀਂ ਹੋਇਆ ਤਾਂ ਆਈ ਵੁੱਡ ਬਿਲੀਵ ਯੂ ਆਰ ਵੈਰੀ ਲੱਕੀ ਐਂਡ ਇਟਸ ਗੁੱਡ ਕਿ ਤੁਹਾਡੇ ਨਾਲ ਕੋਈ ਛੇੜਛਾੜ ਨਹੀਂ ਹੋਈ. ਪਰ ਛੇੜਛਾੜ ਦੀਆਂ ਵੀ ਬਹੁਤ ਸਾਰੀਆਂ ਕਿਸਮਾਂ ਨੇ. ਇੱਕ ਬਹੁਤ ਬੇਸਿਕ ਤੋਂ ਹੋ ਸਕਦਾ ਜਿੱਦਾਂ ਅਸੀਂ ਕਹਿੰਦੇ ਹਾਂ ਜਿਹੜੀ ਅਸੀਂ ਬਹੁਤ ਕਾਮਨ ਛੇੜਛਾੜ ਸਮਝਦੇ ਹਾਂ ਜਿਹੜਾ ਤੁਸੀਂ ਦੇਖਦੇ ਹੋਣੇ ਆ ਕਾਲਜ ਦੇ ਬਾਹਰ ਮੁੰਡੇ ਅਗਰ ਰਾਊਂਡ ਲਗਾ ਰਿਹਾ, ਕੋਈ ਹੂਟਿੰਗ ਕਰ ਰਿਹਾ, ਕੋਈ ਸੀਟੀਆਂ ਮਾਰ ਰਿਹਾ, ਬਿਨਾਂ ਹੱਥ ਲਗਾਏ ਅਗਰ ਕੋਈ ਛੇੜਛਾੜ ਕਰ ਰਿਹਾ, ਬੇਸਿਕ ਛੇੜਛਾੜ ਜਿਹੜੀ ਸਭ ਤੋਂ ਜ਼ਿਆਦਾ ਇਗਨੋਰ ਕੀਤੀ ਜਾਂਦੀ ਹੈ. ਸਾਨੂੰ ਸਿਖਾਇਆ ਜਾਂਦਾ ਹੈ ਕਿ ਨਹੀਂ ਅਗਰ ਮੁੰਡੇ ਇੱਦਾਂ ਜਾ ਰਹੇ ਤਾਂ ਤੁਸੀਂ ਬਸ ਥੱਲੇ ਨੂੰ ਕਰਕੇ ਨਿਕਲੋ ਤੇ ਤੁਹਾਨੂੰ ਇਹਨੂੰ ਕੋਈ ਰਿਪੋਰਟ ਕਰਨ ਦੀ ਜ਼ਰੂਰਤ ਨਹੀਂ ਹੈ, ਜਿਹੜਾ ਕਿ ਬਹੁਤ ਹੀ ਗਲਤ ਐਟੀਟਿਊਡ ਹੈ. ਕਿਉਂਕਿ ਜਦੋਂ ਤੁਸੀਂ ਇੱਕ ਛੋਟੇ ਕ੍ਰਾਈਮ ਨੂੰ ਰੋਕਦੇ ਹੋ, ਜਦੋਂ ਤੁਸੀਂ ਇੱਕ ਛੋਟੇ ਕ੍ਰਾਈਮ ਦੇ ਅਗੇਂਸਟ ਆਵਾਜ਼ ਚੱਕਦੇ ਹੋ, ਉਦੋਂ ਹੀ ਤੁਸੀਂ ਕੋਈ ਵੱਡਾ ਕ੍ਰਾਈਮ ਹੋਣ ਤੋਂ ਬਚਾ ਸਕਦੇ ਹੋ. ਇਸ ਤੋਂ ਇਲਾਵਾ ਅਸੀਂ ਹੋਰ ਛੇੜਛਾੜ ਕਿਵੇਂ ਕਹਿ ਸਕਦੇ ਹਾਂ? ਬੱਸਿਸ ਵਿੱਚ, ਆਟੋਜ਼ ਵਿੱਚ ਜਦੋਂ ਕੋਈ ਤੁਹਾਡੇ ਨਾਲ ਛੇੜਛਾੜ ਕਰਦਾ. ਐਕਸਟ੍ਰੀਮ ਫਾਰਮ ਆਫ ਛੇੜਛਾੜ ਕੋਈ ਵਰਬਲ ਗੰਦੀਆਂ ਜੈਸਚਰਸ ਕਰਕੇ ਜਾਂਦਾ, ਜਾਂ ਇਨਫੈਕਟ ਬਹੁਤ ਸਾਰਿਆਂ ਨੇ ਤਾਂ ਸ਼ਾਇਦ ਇਹ ਵੀ ਐਕਸਪੀਰੀਅੰਸ ਕੀਤਾ ਹੋ ਗਿਆ ਕਿ ਅਗਰ ਕੋਈ ਹੱਥ ਲਗਾ ਕੇ ਜਾਂਦਾ ਹੈ ਸਾਡੇ, ਅਗਰ ਆਪਾਂ ਬੱਸਿਸ 'ਚ ਬੈਠੇ ਹਾਂ, ਆਟੋਜ਼ 'ਚ ਬੈਠੇ ਹਾਂ, ਕੋਈ ਬਾਈਕ 'ਤੇ ਆ ਰਿਹਾ ਹੈ, ਉਹ ਗੰਦੇ ਤਰੀਕੇ ਨਾਲ ਮਤਲਬ ਅਗਰ ਇਕੱਲੇ ਤੁਸੀਂ ਚੱਲ ਰਹੇ ਹੋ ਔਰ ਰੋਡ ਸੁਨਸਾਨ ਹੈ, ਕੋਈ ਗੰਦੇ ਤਰੀਕੇ ਨਾਲ ਹੱਥ ਲਗਾ ਕੇ ਚਲਾ ਗਿਆ, ਅਸੀਂ ਇੰਨਾ ਜ਼ਿਆਦਾ ਸ਼ੌਕ 'ਚ ਰਹਿ ਜਾਂਦੇ ਹਾਂ ਦੈਟ ਸਾਨੂੰ ਬਾਈਕ ਦਾ ਨੰਬਰ ਕਦੀ ਨਹੀਂ ਨੋਟ ਹੁੰਦਾ, ਜਾਂ ਅਸੀਂ ਇੰਨਾ ਡਰ ਜਾਂਦੇ ਹਾਂ ਕਿ ਅਸੀਂ ਆਪਣੇ ਘਰਦਿਆਂ ਤੱਕ ਨੂੰ ਨਹੀਂ ਦੱਸਦੇ. ਅਗਰ ਘਰਦਿਆਂ ਨੂੰ ਤੁਸੀਂ ਹਿੰਮਤ ਕਰਕੇ ਦੱਸ ਵੀ ਦਿਓ ਤੇ ਉਹਨਾਂ ਦਾ ਰਿਐਕਸ਼ਨ ਇਹ ਨਹੀਂ ਹੁੰਦਾ ਕਿ ਅਸੀਂ ਐਕਸ਼ਨ ਲਈਏ. ਉਹਨਾਂ ਦਾ ਰਿਐਕਸ਼ਨ ਇਹ ਹੁੰਦਾ ਹੈ ਕਿ ਤੁਸੀਂ ਗਲਤ ਟਾਈਮ 'ਤੇ ਬਾਹਰ ਗਏ ਹੋ, ਜਿਹੜੀ ਟਾਈਮ 'ਤੇ ਕੋਈ ਸੀਗਾ ਨਹੀਂ, ਜਾਂ ਜਿਹੜੇ ਟਾਈਮ 'ਤੇ ਉਹ ਰੋਡ ਸੁਨਸਾਨ ਸੀ. ਇਹ ਮਾਈਂਡਸੈਟ ਚੇਂਜ ਕਰਨ ਦੀ ਜ਼ਰੂਰਤ ਹੈ ਦੋ ਗੱਲਾਂ ਕਰਕੇ. ਇੱਕ ਤੁਸੀਂ ਹੁਣ ਉਹ ਕਿਉਂਕਿ ਤੁਸੀਂ ਕਾਲਜ ਸਟੂਡੈਂਟਸ ਹੋ ਤੇ ਆਈ ਐਮ ਐਕਸਪ੍ਰੈਸਿੰਗ, ਮੈਂ ਸੋਚਦੀ ਹਾਂ ਕਿ ਤੁਸੀਂ ਸਾਡਾ ਫਿਊਚਰ ਆ ਐਟ ਦਿਸ ਸਟੇਜ ਤੇ ਤੁਸੀਂ ਹੀ ਇਸ ਚੀਜ਼ ਨੂੰ ਫਰਦਰ ਲੈ ਕੇ ਜਾਣਾ. ਫਰਦਰ ਫਿਊਚਰ ਵਿੱਚ ਆਪਣੇ ਬੱਚਿਆਂ ਲਈ ਇਹ ਐਟੀਟਿਊਡ ਨਹੀਂ ਹੋਣਾ ਚਾਹੀਦਾ. ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਪ੍ਰਾਈਮਿੰਗ ਕਿੱਦਾਂ ਹੋਈ ਸੀ ਔਰ ਉਹ ਪ੍ਰਾਈਮਿੰਗ ਨੂੰ ਤੁਸੀਂ ਕਿੱਦਾਂ ਰੋਕਣਾ ਹੈ. ਠੀਕ ਹੈ, ਅਸੀਂ ਤਾਂ ਹੀ ਇਹੀ ਹੁਣ ਇੱਕ ਪੰਜਾਬ ਪੁਲਿਸ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਹਨੂੰ ਕਹਿੰਦੇ ਪੰਜਾਬ ਪੁਲਿਸ ਮਹਿਲਾ ਮਿੱਤਰ. ਇਹ ਹਰ ਪੁਲਿਸ ਥਾਣੇ ਵਿੱਚ ਅਸੀਂ ਹੁਣ 2 ਲੇਡੀ ਆਫਿਸਰਸ ਪੋਸਟ ਕੀਤੀਆਂ ਹੋਈਆਂ. ਪਹਿਲਾਂ ਇੱਕ ਮਾਈਂਡਸੈਟ ਹੁੰਦਾ ਸੀ, ਅੱਜ ਤੋਂ ਆਈ ਥਿੰਕ 10 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਵੀ ਇਹ ਮਾਈਂਡਸੈਟ ਹੁੰਦਾ ਸੀ ਕਿ ਲੇਡੀਜ਼ ਜਿਹੜੀਆਂ ਉਹ ਥਾਣੇ ਨਹੀਂ ਜਾ ਸਕਦੀਆਂ. ਅਗਰ ਲੇਡੀ ਕਿਸੇ ਨੂੰ ਥਾਣੇ ਜਾਣਾ ਤਾਂ ਉਹਨੂੰ ਕਿਸੇ ਮੇਲ ਦੇ ਨਾਲ ਹੀ ਥਾਣੇ ਜਾਣਾ ਹੈ, ਬਿਕੋਜ਼ ਥਾਣਾ ਲੇਡੀਜ਼ ਲਈ ਨਹੀਂ ਹੈ. ਜਾਂ ਸਾਡੇ ਮਾਈਂਡਸੈਟ 'ਚ ਇਹ ਡਰ ਹੁੰਦਾ ਸੀ ਕਿ ਅਗਰ ਸਾਡੀ ਕੋਈ ਗੱਲ ਹੈ ਅਤੇ ਉੱਥੇ ਮੇਲ ਆਫਿਸਰ ਹੈ, ਉਹ ਸਾਡੀ ਗੱਲ ਚੰਗੀ ਤਰ੍ਹਾਂ ਸਮਝ ਨਹੀਂ ਸਕੇਗਾ, ਇੱਕ ਦੂਸਰਾ ਉਹ ਸਾਨੂੰ ਹੀ ਜੱਜ ਕਰੇਗਾ ਕਿ ਤੁਸੀਂ ਇਸ ਟਾਈਮ 'ਤੇ ਬਾਤ ਕੀ ਕਰਦੇ ਸੀ. ਇਟਸ ਅ ਸਿੰਪਲ ਸੈਂਸਿਟੀਵਿਟੀ ਜਿਹੜਾ ਇਸ਼ੂ ਹੈ. ਇਹੀ ਸੈਂਸਿਟੀਵਿਟੀ ਤੇ ਪੰਜਾਬ ਪੁਲਿਸ ਦੀ ਇਮੇਜ ਚੇਂਜ ਕਰਨ ਲਈ ਹੁਣ ਸਾਡੇ ਕੋਲ 2 ਮਹਿਲਾ ਮਿੱਤਰ ਜਿਹੜੇ ਕਿ ਮੈਂ ਤੁਹਾਡੇ ਏਰੀਏ ਦੇ ਜਿਹੜੇ ਮਹਿਲਾ ਮਿੱਤਰ ਉਹਨਾਂ ਨੂੰ ਮੈਂ ਤੁਹਾਨੂੰ ਇੰਟਰੋਡਿਊਸ ਵੀ ਪਲੀਜ਼. ਤੁਹਾਡੇ ਏਰੀਏ ਦੇ ਮਹਿਲਾ ਮਿੱਤਰ ਨੇ ਅਗਰ ਇਸ ਕਾਲਜ ਦੇ ਅਗਰ ਤੁਹਾਨੂੰ ਕੋਈ ਇਸ਼ੂ ਹੁੰਦਾ ਹੈ ਤੁਸੀਂ ਡਾਇਰੈਕਟਲੀ ਸਿਵਲ ਲਾਈਨ ਥਾਣੇ ਜਾ ਕੇ ਇਹਨਾਂ ਨਾਲ ਕੰਟੈਕਟ, ਤੁਸੀਂ ਆਪਣਾ ਕੰਟੈਕਟ ਵੀ ਜ਼ਰੂਰ ਸ਼ੇਅਰ ਕਰਕੇ ਜਾਣਾ. ਅਗਰ ਕਾਲਜ 'ਚ ਕੋਈ ਇਸ਼ੂ ਹੁੰਦਾ ਪਲੀਜ਼ ਤੇ ਇਹ ਇਮੀਡੀਏਟ ਐਕਸ਼ਨ ਲੈਣਗੇ ਉਸ ਤੁਹਾਡੀ ਕੰਪਲੇਂਟ 'ਤੇ. ਇਹ ਤਾਂ ਹੋਗੀ छेड़छाड़ ਜਿਹੜੀ ਕਿ ਅਸੀਂ ਜਿਹੜੀ ਸਿੰਪਲ और ये मैं छेड़छाड़ तो क्यों स्टार्ट किया है क्योंकि तो जय हिंद जय भारत दोस्तों, आप देख रहे हैं लाइव भारत। मैं हूं आपका दोस्त सफर शुक्ला। तो आज जिस तरह से
अमृतसर के पुलिस कमिश्नर डॉक्टर सुखचैन सिंह गिल की अगुवाई में आज गवर्नमेंट कॉलेज में आज सेमिनार लगा है साइबर क्राइम को लेकर। तो हमारे साथ साइबर क्राइम के एसीपी हैं मनप्रीत जी। आप इतनी होशियार हैं, होशियारपुर से जन्म और अमृतसर में पढ़ाई, उसके बाद में आपकी पोस्टिंग हो गई है। आज चुनौती बन चुका है महिलाओं के लिए एक मोबाइल में साइबर क्राइम की घटनाएँ बढ़ रही हैं। देखिए, पहली बात तो हमें ये देखना बहुत ज़रूरी है कि अगर मोबाइल या इंटरनेट की यूजेज है तो वो किसी रीज़न के कारण है, क्योंकि वो हम एज सोसाइटी हमारा बहुत प्रोग्रेस इंटरनेट करवाता है। लेकिन दूसरी चीज़ हमें ये भी देखने की ज़रूरत है कि इंटरनेट अगर हमारे हाथ में है तो ये मतलब है कि अगर दुनिया हमारे हाथ में है तो हम भी दुनिया के हाथ में हैं। इंटरनेट का मतलब है कि अगर उसमें कोई अच्छी चीज़ है तो जो बुरी चीज़ है वो भी हमारे हाथ में। तो जो हम अवॉइड कैसे कर सकते हैं, हमें प्रिकॉशंस लेनी चाहिए कि जैसे मैंने आज जो मेन बात उन्हें कही कि जिसे बोलते हैं रिस्पॉन्सिबल यूज़ ऑफ इंटरनेट, कि हमें पता होना चाहिए कि हम अगर इंटरनेट यूज़ कर रहे हैं तो उसमें हमने प्रिकॉशंस क्या लेनी है। दूसरा, अगर हमारे साथ कोई क्राइम होता है तो रिपोर्टिंग करना बहुत ज़रूरी है कि हमारी 181 शांत शक्ति हेल्पलाइन है, वहाँ पर रिपोर्ट करें और एक्शन लिया जाए। कोरोना के संकट काल में 2-2.5 साल घर पे ही, कॉलेज भी अभी खुले हैं। छेड़खानी, अभी आपने अपने वक्तव्य में कहा कि छेड़खानी पहले सड़कों पे होती थी लेकिन अब तो घरों में होने लगी है, और वो छेड़खानी का कहीं ना कहीं हथियार है वो मोबाइल है। अभी आपने कहा कि मोबाइल हम प्रयोग करें पर अच्छे के लिए करें। फिलहाल मोबाइल में जो आजकल महिलाओं को लेकर ये जैसे उनकी फ़ोटो से छेड़छाड़ करना, ये डालना, तो ऐसी घटनाएं बढ़ जाती हैं लेकिन इसका रिजल्ट नहीं आ पाता। 181 से भी रिजल्ट नहीं आता जल्दी। नहीं, ये हमारा बिल्कुल पॉलिसी है कि अगर आपकी इंटरनेट पे फॉर इंस्टेंस लेट्स से कि सोशल मीडिया साइट है कोई, अगर फेसबुक पे आपकी फ़ोटोग्राफ चलेगी, अगर आप रिपोर्ट करोगे तो फेसबुक इज़ लायबल, 24 घंटे के अंदर अंदर वो फ़ोटोग्राफ डिलीट की जाती है। हाँ, ये मैं ज़रूर कहूँगी क्योंकि साइबर क्राइम में हमें उनको रिक्वेस्ट डालनी पड़ती है और वो एक यूएसए की ऑर्गेनाइजेशन है जिन्हें रिप्लाई करने में टाइम लग जाता है, तो एक्चुअल बंदे तक पहुँचने में थोड़ा टाइम लग सकता है। लेकिन आपका जो कंटेंट है और 100% इमीडिएट डिलीट होता है विदिन 24 आवर्स, जो हम करवाते भी हैं। और आपके थ्रू मैं ये मैसेज देना चाहूँगी कि मेंटालिटी गलत नहीं होनी चाहिए कि अगर हमने रिपोर्ट किया तो कुछ नहीं होगा। हमेशा अगर आपका ऑब्सीन कंटेंट इंटरनेट पे अपलोड हुआ है तो वो डिलीट ज़रूर होगा। मतलब आपका सीधा सीधा ये कहना है कि जो चीज़ आप नहीं किसी को दिखाना चाहते वो चीज़ आप अपने मोबाइल पे अपलोड ना करें। देखिए, पहली बात, बिल्कुल जो चीज़ नहीं दिखाना चाहते वो अपलोड ना करें। दूसरी बात, अगर हो गई है तो रिपोर्ट ज़रूर करें ताकि वो हम एक्शन लेके डिलीट कर सकें, वो आपके जहन में एक नासूर बन के नहीं रहनी चाहिए। अच्छा, आखिरी सवाल, आजकल बैंकों में डाका तो चलो कहीं कहीं लूट होती है, लेकिन ये जो सबसे बड़ी लूट है वो लोगों के बैंक खातों से है। ओटीपी नंबर मांग लेना, जाल साझा। अब कौन बनेगा करोड़पति? केबीसी के नाम पर भी लूट हो रही कि आपके यहाँ लाठी का टिकट निकला, या बाहर से फ़ोन आता है कि जी हम आपको ये भेज रहे हैं, आप कस्टम ड्यूटी अदा। ऐसे केस भी बढ़ रहे हैं साइबर में। बिल्कुल, तभी इसका मकसद भी यही था आपको ये बताना कि लोग आजकल हर दूसरे दिन कोई नई टेक्निक यूज़ कर रहे हैं कि क्राइम करने के लिए। तो हमें हमेशा अवेयर रहना चाहिए। कोई भी अपनी इंटरनेट या अपनी कोई भी डिटेल, कोई भी ओटीपी, कोई भी पासवर्ड कभी भी फ़ोन पे ना बताया जाए। हमेशा ही अगर आपको ऐसी कोई कॉल आती है तो अपने बैंक से ज़रूर कंफर्म करें। चलिए, तो ये एसीपी डॉक्टर मनप्रीत सिंह जी थी हमारे साथ। तो देख सकते हैं बच्चे हैं। बेटा, हेल्पलाइन नंबर मालूम है आपको, महिला हेल्पलाइन नंबर? यस सर, 112 एंड 181। ओके, तो आज आपने सेमिनार में क्या सीखा साइबर क्राइम को लेकर? सर, हमने बहुत सारी रिस्पॉन्सिबिलिटीज़ सीखी कि हमें अपनी रिस्पॉन्सिबिलिटीज़ फुलफ़िल करनी चाहिए और हमें ऑलवेज सिक्योर रहना चाहिए एंड अलर्ट रहना चाहिए, और हमेशा अगर कोई भी हमें परेशान करता है तो हमें हेल्पलाइन नंबर्स का यूज़ करना चाहिए। बहुत अच्छी बात की है बेटी ने। बेटा, क्या सीखा आपने, क्या सीखा आज के? बहुत ही अच्छी बात सीखी। उन्होंने हमें ये बताया कि जो लेडीज़ होती हैं उनको अपनी सुरक्षा कैसे करनी चाहिए, और हमें उन्होंने हेल्पलाइन नंबर भी दिया ताकि अगर हम मुसीबत में हो तो हम उन हेल्पलाइन नंबर पर कॉल करके अपनी हेल्प के लिए उन्हें बुला सकते हैं। चलिए, तो आज ये बच्चों ने सब सीखा, और सबसे बड़ी बात कि ऐसा गवर्नमेंट कॉलेज में आज यहाँ पर सेमिनार लगा था, साइबर क्राइम से कैसे निपटा जा सकता है उसको सेमिनार लगाया था। और प्रिंसिपल यहाँ की ज्योति बाला जी, वो यहाँ पे उनके तत्वाधान में साइबर क्राइम को लेकर आज सेमिनार लगाया गया, जिसमें बहुत ही अच्छी जानकारियाँ दी गई। और यहाँ के साइबर क्राइम के एसीपी डॉक्टर मनप्रीत कौर ने ये सारी जानकारियाँ साझा की। और मैं समझता हूँ कि बेटियों को अब डरना नहीं चाहिए क्योंकि कानून उनके साथ है। नंबर, हेल्पलाइन नंबर 181 112 उनके साथ है। कभी भी ऐसा, और ऐप
जैसा कि मैडम ने बोला है कि एक जो ऐप है, शक्ति ऐप है, उसको आप डाउनलोड करके रखिए और कभी भी ऐसा कोई काम हो तो केवल आप उस पर आप केवल उसको कोई कुछ नहीं लिखना, केवल आपको उसको टच करना है। जैसे ही आप टच करेंगे तो ये पता चल जाएगा नज़दीकी पुलिस ऑफिस थाने में और संबंधित कंट्रोल में पता चल जाएगा कि इस नंबर से आई है मदद की गुहार। तो शक्ति ऐप हर बेटी अपने मोबाइल में उसको सेव करे और कहीं भी ऐसी कोई बात हो तो उसको टच करे और ये तुरंत मैसेज पहुंच जाएगा कंट्रोल रूम और इलाके के पुलिस थाने पर। और एक नंबर, एक हेल्पलाइन नंबर, यानी कि लिखने की भी ज़रूरत नहीं है, शक्ति ऐप नंबर ऐसे ही शक्ति बेटियों को दे ताकि ऐसे लोगों से निपटा जा सकते हैं जो बहु बेटियों की इज्जत को नीलाम करने के लिए सोशल मीडिया का सहारा लेते हैं। ऐसे लोगों को कटघरे के पीछे यानी सलाखों के पीछे भेजने के लिए बेटियां तत्पर रहे। ਅੱਜ ਸਾਈਬਰ ਜਾਗਰੂਕਤਾ ਕੈਂਪ ਦੇ ਅਧੀਨ ਸਾਡੇ ਮੈਡਮ ਮਨਪ੍ਰੀਤ ਕੌਰ ਆਏ ਨੇ। ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਬਾਰੇ ਕਾਫੀ ਡਿਟੇਲ ਦੇ ਵਿੱਚ ਸਾਈਬਰ ਅਪਰਾਧ ਜਿਹੜੇ ਹੋ ਰਹੇ ਨੇ ਉਹਨਾਂ ਬਾਰੇ ਜਾਗਰੂਕ ਕੀਤਾ ਤੇ ਅਸੀਂ ਉਹਨਾਂ ਨੇ ਹੈਲਪਲਾਈਨ ਨੰਬਰ ਵੀ ਦਿੱਤਾ ਇਸ ਬਾਰੇ 182 ਔਰ ਅਸੀਂ ਇਹ ਜਿਹੜਾ ਉਹਨਾਂ ਦਾ ਨੰਬਰ ਹੈ ਉਹ ਅਸੀਂ ਡਿਸਪਲੇ ਕਰਾਂਗੇ ਕਾਲਜ ਵਿੱਚ ਅਲੱਗ-ਅਲੱਗ ਜਗ੍ਹਾ 'ਤੇ ਵੈਨਿਊਜ਼ 'ਤੇ ਤਾਂ ਜੋ ਵਿਦਿਆਰਥੀਆਂ ਨੂੰ ਇਸ ਬਾਰੇ ਪਤਾ ਲੱਗ ਸਕੇ ਔਰ ਜਦੋਂ ਵੀ ਉਹਨਾਂ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਉਹ ਡਾਇਰੈਕਟ ਉਹਨਾਂ ਨੂੰ ਅਪਰੋਚ ਕਰਕੇ ਆਪਣੀ ਪ੍ਰੋਬਲਮ ਜਿਹੜੀ ਹੈ ਉਹ ਦੱਸ ਸਕਣ। ਔਰ ਇਹੋ ਜਿਹੇ ਕੈਂਪਸ ਅਸੀਂ ਲਗਾਉਂਦੇ ਰਹਾਂਗੇ ਤਾਂ ਜੋ ਸਾਡੀ ਜਿਹੜੀ ਇੱਕ ਪ੍ਰੋਬਲਮ ਹੈ ਉਹ ਸਾਡੀ ਇੱਥੋਂ ਸੋਲਵ ਹੋ ਸਕੇ। ਠੀਕ ਹੈ। पीछे ना हटे और ना ही डरे। सुखविंदर कोहली के साथ सफर शुक्ला की रिपोर्ट, जय हिंद जय भारत।